ਜੇ ਆੜਤੀ ਨਿਕਲ ਗਏ ਤਾਂ ਸਮਝੋ ਖੇਤੀ ਨਿਕਲ ਗਈ ਪੰਜਾਬ ਤੇ ਖੇਤੀ ਨਹੀਂ ਹੋਊਗੀ ਪੰਜਾਬ 'ਚ। ਖੇਤੀ ਛੱਡਣ ਨੂੰ ਤਿਆਰ ਨੇ, ਅਸੀਂ ਖੁਦ ਛੱਡਣ ਨੂੰ ਤਿਆਰ ਹਾਂ। ਮੇਰੇ ਤੋਂ 30 ਕਿੱਲੇ ਦੀ ਖੇਤੀ ਹੈ, 30 ਕਿੱਲੇ ਮੈਂ ਛੱਡਣ ਨੂੰ ਤਿਆਰ ਹਾਂ। ਮੈਂ ਸਾਰਾ ਰੱਖ ਲੂੰਗਾ, ਦੁੱਧ ਪਾ ਕੇ ਗੁਜ਼ਾਰਾ ਕਰ ਲੂੰਗਾ, ਖਾਣ ਜੋਗੇ ਦਾਣੇ। ਪਰਾਈ ਫਿਰ ਫਸਲ ਦੀ ਕਦੋਂ ਤੱਕ ਹੋ ਜੂਗੀ? ਮੈਂ ਤਾਂ ਇਹ ਕਹਿੰਦਾ ਪਰਾਈ ਹੋਵੇ ਨਾ ਹੋਵੇ, ਵੀ ਜਿਹੜੇ ਆਪਣੇ MLA ਆ ਮੰਤਰੀ ਆ ਉਹਨਾਂ ਦੀ ਪੈਨਸ਼ਨਾਂ ਬੰਦ ਹੋਣੀ ਚਾਹੀਦੀ। ਫੌਜੀ ਬੰਦੇ ਆ ਜਿਹੜੇ, ਉਹਨਾਂ ਦੀ ਪੈਨਸ਼ਨ ਖਤਮ ਕਰਦੇ ਪਏ ਆ। ਉਹਦਾ ਬਾਰਡਰਾਂ 'ਚ ਬੈਠੇ ਹੋਏ, ਇਹ ਵੀ ਬੈਠਣ ਬਾਰਡਰਾਂ 'ਚ ਜਾ ਕੇ ਮੋਦੀ ਨੂੰ ਕਹਿ ਦਿਓ ਜਿਵੇਂ ਠੇਕੇ 'ਤੇ ਲੈਣੀ ਆ ਆਪਾਂ ਜ਼ਮੀਨ। ਠੇਕੇ ਤਾਂ ਹੀ ਲਓਗੇ ਜੇ ਆਪਾਂ ਨੂੰ ਕੋਈ ਆੜਤੀ ਪੈਸੇ ਦੇਊਗਾ। ਹੁਣ ਮੋਦੀ ਇਹ ਵੀ ਦੱਸੇ ਵੀ ਤੁਸੀਂ ਜਾਓ ਉੱਥੇ ਫਲਾਣੇ ਬੈਂਕ 'ਚ ਲਿਆਓ 10 ਲੱਖ, ਬੈਂਕ ਵਾਲੇ ਦਿੰਦੇ ਨਹੀਂ, ਲੱਖ ਰੁਪਏ ਦਿੰਦਾ ਕੋਈ। ਸਰਕਾਰ ਦਾ ਕਹਿਣਾ ਹੈ ਕਿ ਸਰਕਾਰੀ ਖਰੀਦਾਂ ਸ਼ੁਰੂ ਹੋ ਗਈ ਹੈ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਕੀ ਫਸਲ ਦੀ ਸਮੇਂ ਸਿਰ ਭਰਪਾਈ ਚੱਲ ਰਹੀ ਹੈ? ਪਤਾ ਜੀ, ਉਹ ਤਾਂ ਪੱਟੇ ਖਿਲਾਰ ਕੇ ਆਪਣਾ ਉੱਥੇ ਫਿਰੀ ਜਾਂਦਾ, ਉਹਨੂੰ ਕੀ ਪਤਾ ਪਬਲਿਕ ਕੀ ਕਰਦੀ ਹੈ, ਕੀ ਧੁੱਪ 'ਚ ਮਰਦੇ ਨੇ ਵਿਚਾਰੇ ਜ਼ਿਮੀਂਦਾਰ, ਜੋ ਮਰਜ਼ੀ ਕਰੀ। ਸਰਕਾਰੀ ਖਰੀਦ ਸ਼ੁਰੂ ਕੀਤੀ ਗਈ ਹੈ, ਉਹ ਹਜੇ ਤੱਕ ਇੰਪਲੀਮੈਂਟ ਲਾਗੂ ਨਹੀਂ ਹੋ ਸਕੀ। ਕੋਈ ਉਹ ਪੇਪਰਾਂ 'ਚ ਆ, ਟੀਵੀਆਂ 'ਚ ਆ, ਬਾਕੀ ਕੋਈ ਬੋਲੀ ਨਹੀਂ, ਕੋਈ ਉਹਦੀ ਵਿਕਰੀ ਨਹੀਂ। ਪੰਜਾਬ ਦੇ ਵਿੱਚ ਮੰਡੀਆਂ ਦੇ ਵਿੱਚ ਫਸਲਾਂ ਦੀ ਆਮਦ ਸ਼ੁਰੂ ਹੋ ਗਈ ਹੈ ਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਕਿਸਾਨ ਜਦੋਂ ਮੰਡੀਆਂ ਦੇ ਵਿੱਚ ਫਸਲ ਲੈ ਕੇ ਆਉਂਦਾ ਹੈ ਤਾਂ ਕਿਤੇ ਖੱਜਲ ਖੁਆਰੀਆਂ ਵੀ ਬੜੀਆਂ ਹੁੰਦੀਆਂ ਨੇ, ਇੱਕਦਮ ਫਸਲ ਦੀ ਭਰਪਾਈ ਨਹੀਂ ਹੁੰਦੀ ਹੈਗੀ। ਸਾਡੇ ਨਾਲ ਕਿਤੇ ਬਜ਼ੁਰਗ ਨੇ ਕੁਝ ਫਸਲ ਲੈ ਕੇ ਆਏ ਹੋਏ ਨੇ, ਗੱਲ ਕਰਾਂਗੇ ਬਜ਼ੁਰਗਾਂ ਨਾਲ। ਬਾਬਾ ਜੀ, ਤੁਸੀਂ ਕਿੱਥੋਂ ਆਏ ਹੋ? ਪਿਲਖਣੀ ਪਿੰਡ। ਤੁਹਾਨੂੰ ਕਦੋਂ ਤੁਸੀਂ ਆਏ ਸੀ ਇੱਥੇ ਫਸਲ ਲੈ ਕੇ ਮੰਡੀ ਦੇ ਵਿੱਚ? ਸਵੇਰੇ ਆਏ ਹਾਂ। ਸਵੇਰੇ ਆਏ ਸੀ। ਹਾਂਜੀ। ਤੇ ਫਸਲ ਫਿਰ ਕਦੋਂ ਤੱਕ ਭਰਾਈ ਹੋ ਜਾਊਗੀ ਫਸਲ ਦੀ? ਭਰਾਈ ਹੁਣ ਕਹਿੰਦੇ ਸ਼ਾਮ ਤੱਕ ਹੋ ਜੂਗੀ। ਸ਼ਾਮ ਤੱਕ ਹੋ ਜਾਊਗੀ ਭਰਾਈ। ਤੇ ਕੋਈ ਕੱਟ ਵਗੈਰਾ ਆਇਆ, ਕੋਈ ਗਿੱਲ, ਕੁਛ ਗੱਲ ਇਦਾਂ ਚੱਲੀ? ਕੁਝ ਨਹੀਂ ਕਿਹਾ ਉਹਨਾਂ ਨੇ, ਇੰਨਾ ਜ਼ਰੂਰ ਹੈ ਮਾੜਾ ਜੀ ਫੋਲੀ ਆ ਉਹਨਾਂ ਨੇ ਵੀ ਵੋਚਰ ਸਹੀ ਆ ਜਾਂਦਾ, ਭਰਾਈ ਹੋਊਗੀ ਸਮਝੋ। ਬਾਬਾ ਜੀ, ਜਿਵੇਂ ਕਿਸਾਨ ਮੰਡੀ ਦੇ ਵਿੱਚ ਜ਼ਿਮੀਂਦਾਰ ਆਪਣੀ ਫਸਲ ਲੈ ਕੇ ਆਉਂਦਾ, ਆੜਤੀ ਭਰਪਾਈ ਕਰਦਾ, ਇੱਕ ਸਰਕਾਰਾਂ ਕਾਨੂੰਨ ਲੈ ਕੇ ਆ ਰਹੀਆਂ ਨੇ ਕਿ ਤੁਹਾਡੀ ਫਸਲ ਪ੍ਰਾਈਵੇਟ ਬੰਦੇ ਵੀ ਖਰੀਦਣਗੇ ਬਾਹਰ ਤੋਂ ਬਾਹਰ, ਕਿ ਉਹ ਤੁਹਾਨੂੰ ਮੁੱਲ ਵੀ ਜ਼ਿਆਦਾ ਦੇਣਗੇ ਤੇ ਕਿਸਾਨ ਉਹਦੇ ਨਾਲ ਫਾਇਦੇਮੰਦ ਵੀ ਰਹੂਗਾ। ਤੁਸੀਂ ਉਹਨੂੰ ਕਿਵੇਂ ਦੇਖਦੇ ਹੋ? ਕਿ ਕਿਸਾਨ ਦਾ ਆੜਤੀ ਬਗੈਰ ਗੁਜ਼ਾਰਾ ਹੈਗਾ? ਉਹ ਤਾਂ ਆਉਣਗੇ ਜੀ, ਉਦੋਂ ਆਉਣਗੇ ਜਦੋਂ ਸਾਡੀ ਫਸਲ ਆਊਗੀ, ਉਦੋਂ ਹੀ ਆਉਣਗੇ। ਆੜਤੀ ਨੂੰ ਤਾਂ ਸਾਡਾ ਕੋਈ ਘਰ ਦਾ ਮੈਂਬਰ ਢਿੱਲਾ ਮੱਠਾ ਹੋ ਜਾਂਦਾ। ਅਸੀਂ ਦਵਾਈ ਜੋਗੇ ਸਾਡੇ ਕੋਲ ਨਹੀਂ ਪੈਸੇ, ਨਾ ਸਾਡਾ ਅਕਾਊਂਟ ਆ ਵੀ ਜਿਹੜੇ ਬੈਂਕ 'ਚ ਪਏ ਨੇ ਕਢਾ ਲਾਂਗੇ। ਅਸੀਂ ਆਣ ਕੇ ਆੜਤੀ ਕੋਲੋਂ ਪੈਸੇ ਲੈ ਜਾਂਦੇ ਹਾਂ, ਸਾਨੂੰ ਕੋਈ ਦਿੱਕਤ ਨਹੀਂ ਆਉਂਦੀ। ਤਾਂ ਉਸ ਤਰ੍ਹਾਂ ਦਾ ਜਦੋਂ ਸਾਡੀ ਫਸਲ ਵਿਕ ਵੀ ਜਾਊ, ਚਲੋ ਰੇਟ ਵੀ ਵੱਧ, ਸਾਡੀ ਮੌਕੇ 'ਤੇ ਲੋੜ ਹੀ ਨਾ ਪੂਰੀ ਹੋਈ, ਸਾਨੂੰ ਕੀ ਫਾਇਦਾ? ਸਾਨੂੰ ਕੋਈ ਨਹੀਂ ਫਾਇਦਾ। ਜੇਕਰ ਯਾਨੀ ਕਿ ਆੜਤੀ ਨਿਕਲ ਜਾਂਦਾ ਹੈ ਕਿਸਾਨ ਤੇ ਫਸਲ ਦੇ ਵਿੱਚੋਂ, ਤਾਂ ਕਿਸਾਨੀ ਤਾਂ ਪਹਿਲਾਂ ਹੀ ਸੰਕਟ ਦੇ ਵਿੱਚ ਹੈ, ਤਾਂ ਕਿਤੇ ਨਾ ਕਿਤੇ ਕਿਸਾਨ ਦੇ ਘਰ ਉੱਤੇ ਬੜਾ ਵੱਡਾ ਅਸਰ ਪਊਗਾ। ਮੈਂ ਤੁਹਾਨੂੰ ਦੱਸਦਾ ਜੀ, ਜੇ ਆੜਤੀ ਨਿਕਲ ਗਏ ਤਾਂ ਸਮਝੋ ਖੇਤੀ ਨਿਕਲ ਗਈ ਪੰਜਾਬ 'ਚੋਂ। ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਵੀ ਖੇਤੀ ਨਹੀਂ ਹੋਊਗੀ ਪੰਜਾਬ 'ਚ। ਖੇਤੀ ਛੱਡਣ ਨੂੰ ਤਿਆਰ ਨੇ, ਅਸੀਂ ਖੁਦ ਛੱਡਣ ਨੂੰ ਤਿਆਰ ਹਾਂ। ਮੇਰੇ ਤੋਂ 30 ਕਿੱਲੇ ਦੀ ਖੇਤੀ ਹੈ, 30 ਕਿੱਲੇ ਮੈਂ ਛੱਡਣ ਨੂੰ ਤਿਆਰ ਹਾਂ। ਮੈਂ ਸਾਰਾ ਰੱਖ ਲੂੰਗਾ, ਦੁੱਧ ਪਾ ਕੇ ਗੁਜ਼ਾਰਾ ਕਰ ਲੂੰਗਾ, ਖਾਣ ਜੋਗੇ ਦਾਣੇ। ਕਾਰਨ ਕੀ ਨੇ? ਤੁਸੀਂ ਖੇਤੀ ਛੱਡਣ ਤੋਂ ਕਿਉਂ ਤਿਆਰ ਨੇ? ਇੱਥੇ ਖੱਜਲ ਖੁਆਰੀ ਆ। ਉਹੀ ਜਿੱਥੋਂ ਅਸੀਂ ਗੱਲ ਤੋਰੀ ਸੀ ਕਿ ਕਿਸਾਨ ਦੀ ਮੰਡੀ ਦੇ ਵਿੱਚ ਬੜੀ ਖੱਜਲ ਖੁਆਰੀ ਹੁੰਦੀ ਹੈ। ਤੇ ਬਾਬਾ ਜੀ ਦਾ ਕਹਿਣਾ, ਅਸੀਂ 30 ਕਿੱਲਿਆਂ ਦੀ ਖੇਤੀ ਕਰਦੇ ਹਾਂ ਤੇ ਅਸੀਂ 30 ਕਿੱਲਿਆਂ ਦੀ ਖੇਤੀ ਛੱਡਣ ਲਈ ਤਿਆਰ ਹਾਂ, ਕਿਉਂਕਿ ਮੰਡੀ ਦੇ ਵਿੱਚ ਸਾਨੂੰ ਸਹੀ ਫਸਲਾਂ ਦਾ ਮੁੱਲ ਨਹੀਂ ਮਿਲਦਾ ਹੈਗਾ, ਸਾਡੀ ਸਮੇਂ ਸਿਰ ਭਰਪਾਈ ਨਹੀਂ ਹੁੰਦੀ ਹੈਗੀ। ਬਾਈ ਜੀ, ਆਪਣਾ ਕਿਹੜਾ ਪਿੰਡ ਹੈ? ਆਪਣੇ ਕਰਾਲਾ ਪਿੰਡ ਹੈ ਜੀ। ਕਿੰਨੇ ਦਿਨ ਹੋ ਗਏ ਤੁਹਾਨੂੰ ਆਏ ਨੂੰ? ਨਵਾਂ ਅਸੀਂ ਅੱਜ ਹੀ ਆਏ ਜੀ। ਭਰਾਈ ਫਿਰ ਫਸਲ ਦੀ ਕਦੋਂ ਤੱਕ ਹੋ ਜੂਗੀ? ਭਾਈ ਮੈਂ ਤਾਂ ਇਹ ਕਹਿੰਦਾ ਪਰਾਈ ਹੋਵੇ ਨਾ ਹੋਵੇ, ਵੀ ਜਿਹੜੇ ਆਪਣੇ MLA ਆ ਮੰਤਰੀ ਆ ਉਹਨਾਂ ਦੀ ਪੈਨਸ਼ਨਾਂ ਬੰਦ ਹੋਣੀ ਚਾਹੀਦੀਆਂ। ਜਿਹੜਾ ਤਾਂ ਮੌਕੇ 'ਤੇ ਉਹਦੀ ਪੈਨਸ਼ਨ ਲੱਗੇ, ਜਿਹੜੇ ਬਾਕੀ ਨੇ 5 6 6 10 10 ਲੈਂਦੇ ਉਹ ਖਤਮ ਕਰ ਦਿਓ, ਕਿਸਾਨੀ ਰਹੇ ਨਾ ਰਹੇ। ਉਹਨਾਂ ਦੀ ਪੈਨਸ਼ਨ ਨਾਲ ਤੁਹਾਨੂੰ ਕੀ ਹੈ? ਇਹ ਸਾਨੂੰ ਤਾਂ ਅਸੀਂ ਤਾਂ ਭੁੱਖੇ ਮਰਦੇ, ਉਹ ਸਾਰੇ ਰੱਜੇ ਬੈਠੇ ਆ। ਉਹ ਤਾਂ ਆਏ ਮਹੀਨੇ ਮਤਲਬ ਲਾ ਲਓ, ਜਦੋਂ ਇੱਕ ਹੁਣ ਮੌਜੂਦ ਹੈ ਉਹ ਤਾਂ ਠੀਕ ਹੈ। ਹੁਣ ਫੌਜੀ ਬੰਦੇ ਆ ਜਿਹੜੇ, ਉਹਨਾਂ ਦੀ ਪੈਨਸ਼ਨ ਖਤਮ ਕਰਦੇ ਪਏ ਆ। ਉਹਦਾ ਬਾਰਡਰਾਂ 'ਚ ਬੈਠੇ ਹੋਏ, ਇਹ ਵੀ ਬੈਠਣ ਬਾਰਡਰਾਂ 'ਚ ਜਾ ਕੇ ਮੋਦੀ ਨੂੰ ਕਹਿ ਦਿਓ। ਅਸੀਂ ਇਹ ਕਹਿੰਦੇ ਆ ਵੀ ਇਹ ਜਿਹੜਾ ਮੌਜੂਦ ਰਹੂਗਾ ਉਹਦੀ ਪੈਨਸ਼ਨ ਚੱਲੇ, ਦੂਜਿਆਂ ਦੀ ਖਤਮ ਹੋ ਜਾਏ। ਜਿਹੜਾ ਹੈ ਨਹੀਂ ਉਹਦੀ ਕੀ ਲੋੜ ਹੈ ਜੀ? ਹੁਣ ਬਾਦਲ ਹੈ, ਕੈਪਟਨ, ਕਿੰਨੀ ਲੈਂਦੇ ਇਹ ਪੈਨਸ਼ਨਾਂ? ਉਹ ਗਲਤ ਹੈ ਜੀ ਗੱਲ। ਹੁਣ ਫੌਜੀ ਬੰਦਾ ਬੈਠੇ ਹੀ ਬਾਰਡਰਾਂ 'ਚ ਮਰਦੇ ਪਏ ਆ, ਉਹਨੂੰ ਦੇ ਕੇ 10 ਲੱਖ ਬਰਾ ਦਿੰਦੇ ਆ।
ਜਿਹੜੇ ਆ ਸਰਕਾਰ ਨੇ ਤੇ ਆਰਡੀਨੈਂਸ ਪਾਸ ਕਰੇ ਨੇ ਕਿ ਤੁਹਾਡੀ ਫਸਲ ਪ੍ਰਾਈਵੇਟ ਘਰਾਣੇ ਹੁਣ ਚੱਕਣਗੇ, ਪ੍ਰਾਈਵੇਟ ਬੰਦੇ ਚੱਕਣਗੇ, ਉਹਨਾਂ ਨੂੰ ਕੋਈ ਲਾਇਸੈਂਸ ਦੀ ਲੋੜ ਨਹੀਂ ਹੈ, ਤੇ ਜੇ ਵਿੱਚੋਂ ਆੜਤ ਨਿਕਲ ਗਿਆ ਕਿਸਾਨੀ ਬਚ ਜੂਗੀ। ਨਾ ਜੀ ਨਾ, ਕਿਸਾਨੀ ਵੱਧਦੀ ਨਹੀਂ। ਕਿਸਾਨ ਦਾ ਐ ਹੁਣ ਜਿਵੇਂ ਠੇਕੇ ਤੇ ਲੈਣੀ ਆ ਆਪਾਂ ਜ਼ਮੀਨ, ਠੇਕੇ ਤਾਂ ਹੀ ਲਵਾਂਗੇ ਜੇ ਆਪਾਂ ਨੂੰ ਕੋਈ ਆੜਤੀ ਪੈਸੇ ਦੇਊਗਾ। ਹੁਣ ਮੋਦੀ ਇਹ ਵੀ ਦੱਸੇ ਵੀ ਤੁਸੀਂ ਜਾਓ ਉੱਥੇ ਫਲਾਣੇ ਬੈਂਕ 'ਚ ਲਿਆਓ 10 ਲੱਖ, ਬੈਂਕ ਵਾਲੇ ਦਿੰਦੇ ਨਹੀਂ, ਲੱਖ ਰੁਪਏ ਦਿੰਦਾ ਕੋਈ। ਜਦੋਂ ਇਲੈਕਸ਼ਨ ਸੀ ਮੋਦੀ ਵੀ ਕਹਿੰਦਾ ਸੀ 15 ਲੱਖ ਪਾਉਂਗਾ ਤੁਹਾਡੇ ਖਾਤੇ 'ਚ, ਮੈਂ ਤੁਹਾਡਾ ਆਇਆ? ਆ ਗਿਆ ਹੋਊਗਾ 5-6 ਹਜ਼ਾਰ ਦਾਰੂ ਵਾਸਤੇ, ਹੋਰ ਕੀ। ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ? +2 ਜੀ। ਆ ਜਿਹੜੇ ਸਰਕਾਰ ਨੇ 3 ਆਰਡੀਨੈਂਸ ਪਾਸ ਕਰੇ ਨੇ, ਤੁਸੀਂ ਇਹਨੂੰ ਕੀ ਸਮਝਦੇ ਹੋ? ਇਹਨੂੰ ਕੀ ਸਮਝਣਾ ਜੀ, ਇਹ ਤਾਂ ਸਾਡੇ ਸਰਕਾਰ ਦਾ ਕਹਿਣਾ ਕਿ ਤੁਹਾਡੀਆਂ ਫਸਲਾਂ ਪ੍ਰਾਈਵੇਟ ਘਰਾਣੇ ਖਰੀਦਣਗੇ ਹੁਣ, ਤੇ ਤੁਹਾਨੂੰ ਮੁੱਲ ਵੀ ਜ਼ਿਆਦਾ ਦੇਣਗੇ। ਤੁਹਾਨੂੰ ਲੱਗਦਾ ਕਿ ਮੁੱਲ ਫਸਲਾਂ ਦਾ ਜ਼ਿਆਦਾ ਮਿਲ ਜੂਗਾ? ਨਹੀਂ ਜੀ, ਇਹਦੇ ਵਿੱਚ ਜੇ ਅਸੀਂ ਐਗਰੀਮੈਂਟ ਕਰਦੇ ਹਾਂ 10 ਸਾਲ ਦਾ, ਜਿਵੇਂ ਅੱਜ 2000 ਰੁਪਏ ਚੱਕੀ ਜਾ ਰਹੀ ਹੈ, ਕੱਲ ਨੂੰ 25000 ਰੁਪਏ ਰੇਟ ਹੋ ਗਿਆ ਤਾਂ ਸਾਡੀ 2000 ਹੀ ਚੱਕੀ ਜਾਊ। ਜੇ 1500 ਹੋ ਗਿਆ ਤਾਂ ਉਹ 1500 ਲੈਣਗੇ। ਇਹ 'ਚ ਨੁਕਸ ਕੱਢਣਗੇ ਵੀ ਇਹਦਾ ਇਹ ਦਾਣਾ ਫੁੱਕਾ ਹੈ ਜਾਂ ਐਵੇਂ ਹੈ। ਉਹ ਤਾਂ ਫਿਰ ਜਦੋਂ ਪ੍ਰਾਈਵੇਟ ਘਰਾਣੇ ਚੱਕਣਗੇ ਉਹ ਤਾਂ ਦਾਣੇ ਵੀ ਮਿਣ ਕੇ ਲੈਣਗੇ ਕਿ ਸਾਨੂੰ 10 mm ਦਾ ਚਾਹੀਦਾ ਸੀ, ਆ ਤਾਂ 9 mm ਦਾ, ਅਸੀਂ ਨਹੀਂ ਖਰੀਦਣਾ। ਹਾਂਜੀ ਹਾਂ, ਇਹ ਸਾਰੀ ਤਕਲੀਫਾਂ ਆਣਗੀਆਂ। ਪੰਜਾਬ ਦੇ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ। ਕੱਲ ਉਹਨਾਂ ਨੇ ਮੰਡੀ ਦੇ ਵਿੱਚ ਜਾ ਕੇ ਇਹ ਖਰੀਦ ਆਪਣੇ ਹੱਥੋਂ ਸ਼ੁਰੂ ਕਰਾਈ। ਪਰ ਸਾਡੇ ਨਾਲ ਕੁਝ ਕਿਸਾਨ ਨੇ ਰਾਜਪੁਰਾ ਦੇ ਮੰਡੀ ਦੇ ਵਿੱਚ, ਜਿਨ੍ਹਾਂ ਦਾ ਕਹਿਣਾ ਹੈ ਕਿ ਖਰੀਦ ਭਾਵੇਂ ਸਰਕਾਰੀ ਖਰੀਦ ਤਾਂ ਭਾਵੇਂ ਸ਼ੁਰੂ ਹੋ ਗਈ ਹੈ, ਪਰ ਇੱਥੇ ਸਾਨੂੰ ਦਿੱਕਤਾਂ ਆ ਰਹੀਆਂ ਨੇ। ਇਹ ਕੀ ਦਿੱਕਤਾਂ ਨੇ ਆਪਾਂ ਕਿਸਾਨਾਂ ਕੋਲੋਂ ਜਾਣਾਂਗੇ। ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਜੀ? ਮੈਂ ਪਿੰਡ ਦੌਲਤਪੁਰ ਤੋਂ ਜੀ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮੰਡੀ 'ਚ ਬੈਠਿਆਂ ਨੂੰ? ਮੰਡੀ ਸਵੇਰ ਦੇ ਬੈਠੇ ਆ 9 ਵਜੇ ਦੇ ਜੀ। ਜਿਵੇਂ ਸਰਕਾਰ ਦਾ ਕਹਿਣਾ ਹੈ ਕਿ ਸਰਕਾਰੀ ਖਰੀਦ ਤਾਂ ਸ਼ੁਰੂ ਹੋ ਗਈ ਹੈ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਕੀ ਫਸਲ ਦੀ ਸਮੇਂ ਸਿਰ ਭਰਪਾਈ ਚੱਲ ਰਹੀ ਹੈ? ਨਹੀਂ ਜੀ ਨਹੀਂ, ਸਰਕਾਰੀ ਕਹਿੰਦੇ ਆ ਗਈ, ਕੋਈ ਬਾਰਦਾ ਨਹੀਂ ਹੈਗਾ, ਕੋਈ ਅਰੇਂਜਮੈਂਟ ਨਹੀਂ ਹੈਗਾ। ਜੀਰੀਆਂ ਦੇਖੋ ਆ ਸੁੱਕਣੀਆਂ ਪਾਈਆਂ ਵੀਆਂ ਨੇ, ਇੱਕੋ ਢੇਰੀ ਆ, ਉੱਥੇ 10 ਬੰਦੇ ਵਪਾਰੀਆਂ ਦਾ ਰੇਟ ਵੱਧ ਜਾਂਦਾ ਹੈ। ਇੱਕ ਢੇਰੀ ਉਹੀ ਨਾਲ ਦੀ ਹੈ, ਵਪਾਰੀ ਆਉਂਦਾ ਨਹੀਂ, ਉਹੀ ਰੇਟ 50 ਰੁਪਏ ਡਾਊਨ ਹੋ ਜਾਂਦਾ ਹੈ। ਕੋਈ ਪੁੱਛ ਗਿੱਛ ਨਹੀਂ ਹੈਗੀ, ਇੰਨੀ ਬੋਲਾ ਘੜੀ ਸੀ ਫਿਰਦਾ ਹੈ। ਠੀਕ ਹੈ ਜੀ। ਆਸ਼ੂ ਭੂਸ਼ਣ ਨੂੰ ਕੀ, ਪਹਿਲਾਂ ਲੁਧਿਆਣੇ ਵਾਲੀ ਦੀ ਗੱਲ ਕਰਦਾ ਆਸ਼ੂ ਭੂਸ਼ਣ ਦੀ। ਹਾਂ, ਖੁਰਾਕ ਮੰਤਰੀ। ਕੀ ਪਤਾ ਜੀ, ਉਹ ਤਾਂ ਪੱਟੇ ਖਿਲਾਰ ਕੇ ਆਪਣਾ ਉੱਥੇ ਫਿਰੀ ਜਾਂਦਾ, ਉਹਨੂੰ ਕੀ ਪਤਾ ਪਬਲਿਕ ਕੀ ਕਰਦੀ ਹੈ, ਕੀ ਨਹੀਂ। ਧੁੱਪ 'ਚ ਮਰਦੇ ਨੇ ਵਿਚਾਰੇ ਜ਼ਿਮੀਂਦਾਰ, ਜੋ ਮਰਜ਼ੀ ਕਰੀ ਜਾਣ। ਹਾਂਜੀ, ਤੁਹਾਡਾ ਕਹਿਣਾ ਕਿ ਇੱਥੇ ਬਾਰਦਾਨਾ ਵੀ ਪੂਰਾ ਨਹੀਂ ਪਹੁੰਚ ਰਿਹਾ ਜਿੰਨੇ ਦੀ ਇੱਥੇ ਜ਼ਰੂਰਤ ਹੈ, ਤੇ ਹੋਰ ਵੀ ਢੇਰੀਆਂ ਤੇ ਦਿੱਕਤ, ਫਸਲਾਂ ਦੀ ਢੇਰੀਆਂ ਤੇ ਦਿੱਕਤਾਂ ਆ ਰਹੀਆਂ ਨੇ। ਮਾਪਦੰਡ ਹੈ ਹੀ ਨਹੀਂ। ਜੇ ਇੱਕ ਢੇਰੀ ਉੱਤੇ ਜੇ 10 ਵਪਾਰੀ ਆ ਗਏ, ਉਹੀ ਰੇਟ ਅੱਪ ਹੋ ਜਾਂਦਾ ਹੈ। ਉਹ ਨਾਲ ਦੀ ਢੇਰੀ ਹੁੰਦੀ ਆ, ਸੇਮ ਮੋਚਰ ਕਢਾ ਕੇ ਦੇਖ ਲਓ, ਮੋਚਰ ਸੇਮ ਹੁੰਦਾ। ਜੋ ਉੱਥੇ 2 ਗਾਹਕ ਰਹਿ ਗਏ ਤਾਂ ਉਹੀ 50 ਰੇਟ ਡਾਊਨ ਹੋ ਜਾਂਦੀ ਹੈ। ਕੋਈ ਪੱਕਾ ਹੈ ਹੀ ਨਹੀਂ, ਮਤਲਬ ਸਿਸਟਮ ਵੀ। ਹਾਂ, ਪੱਕਾ ਰੇਟ ਹੈ ਜਿਹੜਾ 1509 ਦਾ ਹੁਣ 1980 ਰੁਪਏ ਲੱਗੀ ਹੈ, ਕਿਤੇ 2200 ਰੁਪਏ ਲੱਗ ਰਹੀ ਹੈ, 2300 ਵੀ ਲੱਗ ਰਹੀ ਹੈ, 2100 ਵੀ ਕਹਿੰਦੇ ਲੱਗ ਰਹੀ ਹੈ। ਹੁਣ ਤਾਂ ਪਤਾ ਨਹੀਂ ਕਿੱਥੇ ਲੱਗ ਰਹੀ ਹੈ। ਸਾਡੇ ਕੋਲ ਤਾਂ 1980 ਰੁਪਏ ਲੱਗੀ ਹੈ। ਤੁਸੀਂ ਕਿਵੇਂ ਦੇਖਦੇ ਹੋ? ਅਸੀਂ ਤਾਂ ਇਹ ਦੇਖਦੇ ਹਾਂ ਵੀ ਜ਼ਿਮੀਂਦਾਰਾਂ ਦੀ ਕੋਈ ਪੁੱਛ ਨਹੀਂ ਹੈ, ਕੋਈ ਇੱਥੇ ਪੁੱਛਦਾ ਨਹੀਂ ਹੈ। ਇਹ ਮੋਦੀ ਜੀ ਨੇ ਕਹਿ ਦਿਆ ਵੀ ਹਾਂ ਜੀ ਅਸੀਂ ਮਾਲ ਚੱਕੇ ਥੋੜ੍ਹਾ ਸਾਰਾ, ਇਹਨਾਂ ਨੇ ਕੋਈ ਮਾਲ ਨਹੀਂ ਚੱਕਿਆ। ਕੱਲ੍ਹ ਦਾ ਐਲਾਨ ਹੋਇਆ ਵਾ, ਕੋਈ ਇੱਥੇ ਬਾਰਦਾਨਾ ਨਹੀਂ ਹੈ, ਕੋਈ ਇੱਥੇ ਵਪਾਰੀ ਨਹੀਂ ਹੈਗਾ। ਇੱਥੇ ਮਾਲ ਦੀ ਬੜੀ ਦੁਰਦਸ਼ਾ ਹੋ ਰਹੀ ਆ। ਤੇ ਤੁਹਾਡਾ ਵਿਚਾਰ ਕੀ ਹੈ? ਇਹ ਵੀ ਇਦਾਂ ਹੀ ਆ, ਮਤਲਬ ਜਿੰਨਾ ਮਤਲਬ ਇੱਥੇ ਮਾਲ ਪਿਆ ਉੱਦਾਂ ਦਾ ਉੱਦਾਂ ਹੀ ਪਿਆ। ਕੋਈ ਗੌਰਮੈਂਟ ਦਾ ਨਾਂ ਨਿਸ਼ਾਨ ਵੀ ਨਹੀਂ ਇੱਥੇ ਹੈਗਾ, ਨਾ ਬਾਰਦਾਨਾ, ਨਾ ਆੜ੍ਹਤੀਆਂ ਵੱਲੋਂ, ਨਾ ਸਰਕਾਰ ਵੱਲੋਂ। ਬਿਲਕੁਲ ਹੀ ਜੋ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ ਹੈ ਉਹ ਹਜੇ ਤੱਕ ਇੰਪਲੀਮੈਂਟ ਲਾਗੂ ਨਹੀਂ ਹੋ ਸਕੀ। ਕੋਈ ਉਹ ਪੇਪਰਾਂ 'ਚ ਆ, ਟੀਵੀਆਂ 'ਚ ਆ, ਬਾਕੀ ਕੋਈ ਬੋਲੀ ਨਹੀਂ, ਕੋਈ ਉਹਦੀ ਵਿਕਰੀ ਨਹੀਂ, ਬਾਹਰ ਉੱਦਾਂ ਹੀ ਪਿਆ। ਜ਼ਿਮੀਂਦਾਰਾ ਖਤਮ ਆ, ਇਹਨਾਂ ਨੇ ਖਤਮ ਹੋਰ ਕਰ ਦੇਣਾ। ਜੋ ਕੱਲ੍ਹ ਤੱਕ ਮੰਡੀ ਬੋਰਡ ਇਹਨਾਂ ਤੋੜ ਤੇ, ਇਹਨਾਂ ਨੇ ਬਹੁਤ ਮਾੜਾ ਕੰਮ ਕਰਿਆ। ਜ਼ਿਮੀਂਦਾਰ ਤਾਂ ਵੱਟਾਂ ਰੋਲ ਤੇ ਇਹਨਾਂ ਨੇ, ਤੇ ਬਹੁਤ ਮਾੜੀ ਗੱਲ ਜਿਹੜੀ ਇਹਨਾਂ ਦੀ ਧੱਕਾ ਕਰਿਆ ਪੰਜਾਬ ਨਾਲ। ਪੰਜਾਬ ਨੇ ਇੰਨਾ ਅੰਨ ਵਧਾਇਆ, ਬਹੁਤ ਧੱਕਾ ਹੋਇਆ। ਪਹਿਲਾਂ ਸਾਰਾ ਪੈਦਾਵਾਰ ਇੱਥੋਂ ਹੀ ਹੁੰਦੀ ਸੀ, ਪੰਜਾਬ 'ਚ ਹੀ ਹੁੰਦੀ ਸੀ, ਹਰਿਆਣੇ 'ਚ ਹੁੰਦੀ ਸੀ, ਤੇ ਹੋਰ ਤੱਕ ਦੀ ਪੈਦਾਵਾਰ ਹੁੰਦੀ ਹੁੰਦੀ। ਹੁਣ 4 ਪਾਸੇ ਦੂਜੀ ਸਟੇਟਾਂ ਫਿੱਟਾਂ ਦੇ ਵਿੱਚ ਦਾਣੇ ਹੋਣ ਲੱਗ ਗਏ। ਇਹ ਹੁਣ ਅੱਖਾਂ ਦਿਖਾਉਣ ਲੱਗ ਗਏ। ਮੋਦੀ ਸਰਕਾਰ ਇਹ ਧੱਕਾ ਕਰ ਰਹੀ ਆ, ਬਹੁਤ ਧੱਕਾ ਕਰ ਰਹੀ ਆ। ਬੜੀ ਮਾੜੀ ਗੱਲ ਇਹਨਾਂ ਦੀ, ਇਹਦਾ ਨਤੀਜੇ ਇਹਨਾਂ ਗਲਤ ਨਿਕਲਣਗੇ। ਬਾਕੀ ਤੁਸੀਂ ਦੇਖ ਲਓ, ਕਹਿੰਦੇ ਵੀ ਖਰੀਦ ਸ਼ੁਰੂ ਹੋ ਗਈ ਆ, ਵੀ ਲਿਫਟਿੰਗ ਦੇਖ ਲਓ ਕਿਵੇਂ ਢੇਰ ਲੱਗੇ ਹੋਏ ਬੋਰੀਆਂ ਦੇ। ਜੇ ਚੱਕਿਆ ਨਹੀਂ ਜਾਣਾ ਮਾਲ, ਹੋਰ ਮਾਲ ਜਮ੍ਹਾਂ ਹੀ ਹੋਣਾ ਹੈ। ਠੀਕ ਹੈ ਜੀ। ਬਾਕੀ ਜਿਹੜੀ ਖਰੀਦ ਦੀ ਗੱਲ ਆ, ਤੁਹਾਨੂੰ ਪਹਿਲਾਂ ਦੱਸੀ ਆ ਵੀ ਜੇ ਰੇਟ 4 ਵਪਾਰੀ ਆ ਜਾਂਦਾ, ਰੇਟ ਵੱਧ ਜਾਂਦਾ ਹੈ। 4 ਜ਼ਿਮੀਂਦਾਰ ਦਾ ਫਸਲ ਤਾਂ ਇੱਕੋ ਹੀ ਆ ਨਾ, ਥੋੜ੍ਹਾ ਬਹੁਤਾ ਚਲੋ ਨਰਮ ਮਾੜਾ ਮੋਟਾ ਫਰਕ ਹੈ, ਕੋਈ ਜ਼ਿਆਦਾ ਫਰਕ ਨਹੀਂ ਹੈਗਾ। ਨੰਬਰ 2, ਸਾਰੀ ਸਰਕਾਰਾਂ ਕਹਿੰਦੀ ਹਾਂ ਜੀ ਐਵੇਂ ਨਹੀਂ ਟੁੱਟੂਗਾ, ਨਹੀਂ। ਜੇ 2 ਲੈਣਾ ਵਿੱਚ ਲਿਖ ਹੀ ਦੇਣ ਤਾਂ ਹਰਜ ਵੀ ਕੀ ਆ, ਲਿਖਦੇ ਹੈ ਹੀ ਨਹੀਂ, ਕਹੀ ਜਾਂਦੇ ਆ ਜੀ ਅਸੀਂ ਕਰ ਦਾਂਗੇ ਆ, ਨਹੀਂ ਟੁੱਟੂਗੀ। ਇਹਨਾਂ ਜ਼ਿਮੀਂਦਾਰ ਦਾ ਵੀ ਅਸਰ ਪਊਗਾ, ਪਬਲਿਕ ਤੇ ਸਾਰੀ, ਤੇ ਲੇਬਰ ਤੇ, ਆੜ੍ਹਤੀਆਂ ਦੇ, ਜਿਹੜੇ ਆੜ੍ਹਤੀ ਜ਼ਿਮੀਂਦਾਰ ਦਾ ਰਿਸ਼ਤਾ ਹੈ ਉਹ ਵੀ ਟੁੱਟੂਗਾ।
ਇਹ ਸਨ ਸਾਡੇ ਨਾਲ ਕੁਝ ਬਜ਼ੁਰਗ ਤੇ ਨੌਜਵਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਆਰਡੀਨੈਂਸ ਲਾਗੂ ਪਾਸ ਤਾਂ ਹੋ ਗਏ ਨੇ, ਧਰਤੀ ਤੇ ਗਰਾਊਂਡ ਤੇ ਵੀ ਲਾਗੂ ਹੋ ਜਾਂਦੇ ਨੇ ਤਾਂ ਸਾਨੂੰ ਬੜੀਆਂ ਤਕਲੀਫਾਂ ਝੱਲਣੀਆਂ ਪੈਣਗੀਆਂ। ਜੇ ਆੜਤੀ ਵਿੱਚੋਂ ਨਿਕਲ ਗਿਆ ਤਾਂ ਸਾਡੇ ਘਰ ਦੇ, ਸਾਡੇ ਆਰਥਿਕ, ਸਾਡੇ ਤੇ ਬੜਾ ਇੱਕ ਹਮਲਾ ਹੋਊਗਾ। ਇਹ ਤੁਸੀਂ ਬਣੇ ਰਹੋ ਸਾਡੇ ਨਾਲ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।